ਪਾਪ ਬੁਰਾ ਪਾਪੀ ਕਉ ਪਿਆਰਾ। ਵੇਖੋ ਸਾਧ ਸੰਗਤ ਜੀ, ਪਾਪ ਜਿਹੜਾ ਬਹੁਤ ਭੈੜਾ ਹੈ, ਪਰ ਪਾਪੀਆਂ ਪੁਰਸ਼ਾਂ ਨੂੰ ਇਹ ਪਿਆਰਾ ਚੰਗਾ ਲੱਗਦਾ ਹੈ। ਪਾਪ ਲੱਦੀ ਪਾਪੀ ਪਾਸਾਰਾ। ਰਾਤ ਨੇ ਜੀ ਪਾਪ ਵਿੱਚ ਹੀ ਲੱਦੇ ਰਹਿੰਦੇ, ਉਹਨਾਂ ਰੇੜੇ ਰੂਪੀ ਗੱਡੇ, ਤੇ ਪਾਪ ਦੇ ਪਸਾਰੇ 'ਚ ਹਰ ਵਕਤ ਉਹਨਾਂ ਦਾ ਮਨ ਪਸਰਿਆ ਰਹਿੰਦਾ ਹੈ। ਪਰ ਹਰ ਪਾਪ ਪਛਾਣੈ ਆਪ। ਪੜ੍ਹ ਦਿਓ ਦੋਵੇਂ ਤੋਂ। ਨਾ ਤਿਸ ਸੂਗ ਵਿਜੂਗ ਸੰਤਾਪ। ਨਰਕ ਪੜੰਤੋ ਕਿਉ ਰਹੈ। ਜਿਹੜਾ ਪਾਪੀ ਆਦਮੀ ਉਹ ਨਰਕ ਪੈਣ ਤੋਂ ਕਿਵੇਂ ਬਚ ਸਕਦਾ ਹੈ? ਨਹੀਂ ਬਚ ਸਕਦਾ ਹੈ। ਕਿਉ ਬੰਚੈ ਜਮ ਕਾ। ਅਤੇ ਜਮ ਜੋ ਕਾਲ ਕਰਨ ਵਾਲਾ ਹੈ, ਜੰਮਣ ਰੂਪ ਕਾਲ ਤੋਂ ਵੀ ਕਿਵੇਂ ਬਚ ਸਕਦਾ ਹੈ? ਬੰਚਾ ਠੱਗ ਸਕਦਾ, ਉਹਨੂੰ ਕੋਲੋਂ ਕਿਵੇਂ ਨਿਵਰਤ ਕਰ ਸਕਦਾ ਹੈ? ਕਿਉ ਆਵਣ ਜਾਣਾ ਵੀਸਰੈ। ਆਉਣਾ ਜਿਹੜਾ ਜਨਮ ਧਾਰ ਕੇ ਵਾਸ਼ਨਾ ਕਰਕੇ ਜਾਣਾ ਮਰ ਕੇ ਪਰਾਲੋਕ ਨੂੰ ਭੋਗ ਕੇ ਇਹ ਕਿਵੇਂ ਵਿਸਰੇ ਭੁੱਲੇ, ਕਦੇ ਨਿਵਰਤ ਨਹੀਂ ਹੁੰਦਾ ਹੈ। ਜਿਨ੍ਹਾਂ ਨੂੰ ਵਿਸਰਿਆ ਪਰਮੇਸ਼ਰ, ਇਹ ਕਿਵੇਂ ਨਿਵਰਤ ਹੋਵੇ? ਝੂਠ ਬੁਰਾ ਖੈ ਕਾਲ। ਜਿਹੜੇ ਝੂਠ ਕੰਮ ਕਰ ਬੋਲਦੇ ਹੈ ਤੇ ਬੁਰਾ ਕੰਮ ਕਰਦੇ ਹੈ, ਉਹਨਾਂ ਨੂੰ ਕਾਲ ਹੀ ਖੈ ਖਾਂਦਾ ਹੈ। ਸਾਧ ਸੰਗਤ ਜੀ, ਝੂਠੇ ਪੁਰਖਾਂ ਨੂੰ ਖੈ ਨਾਸ ਕਰਨ ਵਾਸਤੇ ਕਾਲ ਬੜਾ ਬੁਰੇ ਸੁਭਾਅ ਵਾਲਾ ਹੈ, ਭਖਣ ਕਰਦਾ ਹੈ ਉਹਨਾਂ ਦੇ ਤਾਈਂ। ਜਿਹੜਾ ਝੂਠ ਬੋਲ ਕੇ ਬੁਰੇ ਪਾਸੇ ਆਪਣੇ ਸਮੇਂ ਨੂੰ ਕਾਲ ਨੂੰ ਗੁਜ਼ਾਰਦਾ ਹੈ, ਉਹਨੂੰ ਕਾਲ ਵੀ ਬਹੁਤ ਬੁਰਾ ਹੈ, ਭੈੜਾ ਹੈ, ਖੈ ਨਾਸ ਕਰਨ ਵਾਸਤੇ। ਮਨ ਜੰਜਾਲੀ ਵੇੜਿਆ। ਇਹ ਜਿਹੜਾ ਮਨ ਹੈ ਜੰਜਾਲਾਂ ਕਰਮਾਂ ਬੰਧਨਾਂ ਵਿੱਚ ਬੇੜਿਆ ਬਲਿਆ ਹੋਇਆ ਹੈ, ਚਾਰ ਸਪੇਰੇ ਘੇਰਾ ਪਿਆ ਇਹਦੇ ਜੰਜਾਲਾਂ ਦਾ, ਬੰਧਨਾਂ ਦਾ। ਵੀ ਜੰਜਾਲਾ ਮਾਰ। ਇੱਕ ਤਾਂ ਪਿਛਲੇ ਜਨਮਾਂ ਦੇ ਸੰਸਕਾਰਾਂ ਦਾ ਜੰਜਾਲਾਂ ਦਾ ਵਿਹੜਿਆ ਬਲਿਆ ਫਿਰਦਾ ਹੈ। ਧੀ ਬੌੜੋ ਫੇਰ ਇਸ ਜਨਮ 'ਚ ਆ ਕੇ ਹੋਰ ਬੰਧਨਾਂ ਜੰਜਾਲਾਂ 'ਚ ਆਪਣੇ ਆਪ ਨੂੰ ਪਾ ਲਿਆ, ਹੰਗਤਾ ਮਮਤਾ ਦਿਆਂ 'ਚ। ਬਿਨ ਨਾਵੈ ਕਿਉ ਛੂਟੀਐ। ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਛੁਟਕਾਰਾ ਕਿਵੇਂ ਹੋਵੇਗਾ? ਪਾਪੀ ਪਚਹਿ ਪਚਾ। ਇਹ ਜੀਵ ਪਾਪ ਦੇ ਵਿੱਚ ਹੀ ਆਪ ਸੜਦੇ ਆ ਤੇ ਸੰਬੰਧੀਆਂ ਨੂੰ ਵਿੱਚ ਪਾ ਆ ਕੇ ਸਾੜਦੇ ਆ। ਜਿਹੜੇ ਉਹਨਾਂ ਨੂੰ ਮਿਲਦੇ ਉਹਨਾਂ ਨੂੰ ਵੀ ਪਾਪਾਂ ਵਿੱਚ ਹੀ ਪਾ ਕੇ ਸਾੜਦੇ ਆ। ਫਿਰ ਮਹਾਰਾਜ ਛੁੱਟਾ ਕਿਵੇਂ? ਪਹਿਲਾਂ ਹੁਣ ਉਹ ਦੋ ਤੁਕਾਂ ਪੜੋ। ਪਰ ਹਰ ਪਾਪ ਪਛਾਣੈ ਆਪ। ਫਿਰ ਭਾਈ ਤਿਆਗ ਦੇਵੇ ਪਾਪ ਕਰਨ ਵਾਲੇ, ਇਹ ਕਰਮ ਹੈ ਗੁਰੂ ਸ਼ਾਸਤਰ ਤੋਂ ਉਲਟ। ਆਪਣੇ ਆਤਮਾ ਦੀ ਪਛਾਣ ਗੁਰਾਂ ਦੁਆਰਾ ਕਰੇ। ਨਾ ਤਿਸ ਸੂਗ ਵਿਜੂਗ ਸੰਤਾਪ। ਉਸ ਪੁਰਖ ਨੂੰ ਫਿਰ ਸੋਗ ਨਹੀਂ ਹੁੰਦਾ ਪਦਾਰਥਾਂ ਦੇ ਵਿਛੜਨੇ ਕਰਕੇ, ਵਾਹਿਗੁਰੂ ਨਾਲੋਂ ਵਿਯੋਗ ਨਹੀਂ, ਵਿਛੋੜਾ ਨਹੀਂ ਹੁੰਦਾ, ਨਾ ਸੰਮੁਖ ਤਪਣਾ ਹੁੰਦਾ ਪਦਾਰਥਾਂ ਦੀ, ਨਾ ਪ੍ਰਾਪਤ ਹੋਇਆ ਤੇ ਚਲੇ ਜਾਣੇ ਕਰਕੇ। ਐਸਾ ਆਨੰਦ ਪ੍ਰਾਪਤ ਹੁੰਦਾ ਜਿਹੜਾ ਪਾਪਾਂ ਨੂੰ ਛੱਡ ਕੇ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਨੂੰ ਪਛਾਣ ਲਵੇ, ਇਉਂ ਮੁਕਤ ਹੋ ਸਕਦਾ, ਹੋਰ ਕੋਈ ਉਪਾਅ ਨਹੀਂ ਹੈ। ਫਿਰ ਫਾਹੀ ਫਾਸੈ ਕਊਆ। ਜਿਸ ਪ੍ਰਕਾਰ ਕਾਂ ਦਾ ਸੁਭਾਅ ਹੈ, ਜਬ ਕਊਆ ਨਾਮ ਨਹੀਂ ਚੀਤ, ਸੋ ਇਸ ਪ੍ਰਕਾਰ ਨਾਮ ਵਿਸਾਰ ਗਿਰੇ ਦੇਖ ਚੋਗ ਭੀਤ। ਚੋਗਾਂ ਨੂੰ ਵੇਖ ਕੇ ਜਿਵੇਂ ਕਾਂ ਡਿੱਗ ਪੈਂਦਾ ਹੈ, ਉਹ ਆਪਣੇ ਆਪ ਨੂੰ ਵਸਾ ਲੈਂਦਾ ਹੈ। ਇਸੇ ਪ੍ਰਕਾਰ ਕਾਂ ਦੀ ਨਿਆਈ ਜਿਹੜਾ ਪਾਪੀ ਆਦਮੀ ਅੰਦਰੋਂ ਬਾਹਰੋਂ ਕਾਲਾ ਹੈ, ਉਹ ਮੁੜ ਮੁੜ ਕੇ ਮੋਹ ਦੀ ਵਿਕਾਰਾਂ ਦੀ ਫਾਹੀ 'ਚ, ਜਮਾਂ ਦੀ ਫਾਹੀ 'ਚ ਫਸਦਾ ਰਹਿੰਦਾ ਹੈ। ਫਿਰ ਪਛਤਾਨਾ ਅਬ ਕਿਆ ਹੁਆ। ਫਿਰ ਪਛਤਾਤਾਪ ਕਰਦਾ ਵੀ ਹੁਣ ਕੀ ਹੋ ਗਿਆ। ਜਦੋਂ ਫਸ ਜਾਂਦਾ ਹੈ ਉਦੋਂ ਪਛਤਾਏ ਤੇ ਕੀ ਬਣਦਾ ਹੈ। ਫਾਥਾ ਚੂਗ ਚੁਗੈ ਨਹੀਂ ਬੂਝੈ। ਇਹ ਜੀ ਫਾਥਾ ਚੋਗ ਚੁਗਾ ਨਹੀਂ ਬੂਝੈ, ਫਸਿਆ ਹੋਇਆ ਮੋਹ ਦੇ ਵਿੱਚ ਵਿਸ਼ਿਆਂ ਦੇ ਚੋਗਾਂ ਨੂੰ ਚੁਗਦਾ ਹੈ, ਪਰਮੇਸ਼ਰ ਦੇ ਸਰੂਪ ਨੂੰ ਬੂਝਿਆ ਸਮਝਦਾ ਨਹੀਂ ਹੈ, ਗੁਰਾਂ ਦੇ ਪਾਸੋਂ ਬੁੱਝਦਾ ਨਹੀਂ, ਪੁੱਛਦਾ ਨਹੀਂ ਹੈ। ਸਤਿਗੁਰ ਮਿਲੈ ਤਾਂ ਆਖੀ ਸੂਝੈ। ਜੇ ਸਤਿਗੁਰੂ ਸਾਹਿਬ ਮਿਲਣ ਤਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਅੱਖਾਂ ਇਹਦੀਆਂ ਹੋਣ ਤੇ ਤਾਂ ਇਹ ਦਿਸ ਪਵੇ ਇਸ ਨੂੰ ਸਰੂਪ ਦਾ ਗਿਆਨ। ਆਖੀ ਹੋਈ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ, ਵਿਰਾਗ ਵੇਗ ਰੂਪੀ ਅੱਖਾਂ ਦੁਆਰਾ, ਪਰੋਖ ਅਪਰੋਖ ਗਿਆਨ ਰੂਪੀ ਅੱਖਾਂ ਨਾਲ ਸੂਝੇ ਦੇਖ ਲਵੇ। ਜਿਉ ਮਛਲੀ ਫਾਥੀ ਜਮ ਜਾ। ਇਹ ਜੀਵ ਦੀ ਤਾਂ ਇਸ ਪ੍ਰਕਾਰ ਦੀ ਹਾਲਤ ਹੈ ਜਿਵੇਂ ਮੱਛੀ ਜਮਾ ਜਾਲੇ 'ਚ ਫਸੀ ਹੁੰਦੀ ਹੈ ਫੰਦਕਾਂ ਦੇ 'ਚ, ਇਸ ਪ੍ਰਕਾਰ ਜਮਾਂ ਦੇ ਜਾਲੇ 'ਚ ਫਸਿਆ ਹੋਇਆ ਜੀਵ ਤ੍ਰਿਸ਼ਨਾਲੂ ਮੱਛੀ ਦੀ ਨਿਆਈ। ਵਿਣ ਗੁਰ ਦਾਤੀ ਮੁਕਤ ਨਾ ਭਾਲ। ਸਤਿਗੁਰੂ ਦਾਤਿਆਂ ਤੋਂ ਬਗੈਰ ਕੋਈ ਮੁਕਤ ਕਰਨ ਵਾਲਾ ਨਹੀਂ। ਇਹ ਭਾਲ ਖੋਜ ਕੇ ਵੇਖ ਲੈ, ਚੰਗੀ ਤਰ੍ਹਾਂ ਖੋਜ ਲੈ, ਵੇਦ ਸ਼ਾਸਤਰਾਂ ਨੂੰ ਭਾਲ ਕੇ ਵੇਖਿਆ ਹੈ।
ਸਤਿਗੁਰਾਂ ਬਗੈਰ ਦਾਤਾ ਕੋਈ ਮੁਕਤੀ ਦੇਣ ਵਾਲਾ ਨਹੀਂ ਹੈ। ਫਿਰ ਆਵੇ ਫਿਰ ਇਹ ਜਾਏ। ਜੀਵ ਜੂਨਾਂ ਦੇ ਚ ਫਿਰ ਕੇ ਵਾਸ਼ਨਾ ਦਾ ਬੱਧਾ ਇੱਕ ਘਰ 'ਚ ਹੀ ਕਈ ਜਨਮ ਧਾਰ ਲੈਂਦਾ ਹੈ। ਕਦੇ ਕੁੱਤਾ ਬਣ ਗਿਆ, ਕਦੇ ਪਸ਼ੂ ਬਣ ਗਿਆ। ਇਸ ਪ੍ਰਕਾਰ ਮੁੜ ਕੇ ਫਿਰ ਕੇ ਉਸੇ ਮੋਹ ਦਾ ਮਾਰਿਆ ਆਉਂਦਾ ਹੈ। ਫਿਰ ਮੁੜ ਕੇ ਬਾਰ ਜੂਨਾਂ 'ਚ ਜਾਂਦਾ ਹੈ। ਮ੍ਰਿਤੂ ਦੇ ਵਸ ਹੋ ਕੇ ਪਰਲੋਕ ਨੂੰ ਜਾਂਦਾ ਹੈ। ਇੱਕ ਰੰਗ ਰਚੈ ਰਹਿ ਲਿਵਲਾ। ਜੇ ਇੱਕ ਭਾਈ ਵਾਹਿਗੁਰੂ ਦੇ ਪ੍ਰੇਮ ਰੰਗ 'ਚ ਰਚਿਆ ਰਵੇ ਤੇ ਲਿਵ ਬਿਰਤੀ ਨੂੰ ਜੋੜ ਕੇ ਬ੍ਰਹਮਾਕਾਰ ਲਾਈ ਰੱਖੇ। ਇਵ ਛੂਟੈ ਫਿਰ ਫਾਸ ਨਾ ਪਾਏ। ਇਹ ਛੁੱਟਣ ਦਾ ਉਪਾਅ ਹੈ। ਇਸ ਪ੍ਰਕਾਰ ਮੁਕਤ ਹੋ ਸਕਦਾ ਹੈ। ਫਿਰ ਇਹਨੂੰ ਕਾਲ ਦੀ ਫਾਹੀ ਨਹੀਂ ਪਾਈ ਜਾਂਦੀ, ਨਹੀਂ ਤਾਂ ਫਸੇ ਜੀਆਂ ਦੇ ਅਨੇਕਾਂ ਜਨਮ ਗੁਜ਼ਰ ਜਾਂਦੇ ਹਨ। ਵੀਰਾ ਕਰ ਰਹੀ। ਜਿਸ ਪ੍ਰਕਾਰ ਦ੍ਰਿਸ਼ਟਾਂਤ ਹੈ ਸਾਧ ਸੰਗਤ ਜੀ, ਜਿਸ ਭੈਣ ਦਾ ਵੀਰ ਵਿਛੜ ਜਾਵੇ, ਜਾਂਦਾ ਹੋਵੇ ਮਿਲ ਕੇ, ਤੇ ਉਸ ਨੂੰ ਕਹਿੰਦੀ ਵੇ ਵੀਰਾ ਇਸ ਤਰ੍ਹਾਂ ਕਰਦੀ ਰਹਿੰਦੀ ਹੈ। ਵੀਰ ਭਏ ਬੈਰਾ। ਵੀਰ ਜਦੋਂ ਚਲਿਆ ਜਾਂਦਾ ਕਹਿੰਦੀ ਮੇਰੇ ਵੀਰ ਹੀ ਬੈਰੀ ਹੋ ਗਏ, ਹੁਣ ਚਲਿਆ ਗਿਆ, ਛੱਡ ਕੇ ਵਿਛੋੜ ਗਿਆ ਮੈਨੂੰ। ਆ ਬੀਬੀ ਜਿਹੜੇ ਬੱਚੇ ਬੋਲਦੇ ਆ, ਥੋੜਾ ਜਿਹਾ ਬਾਹਰ ਲੈ ਜਾਓ ਸਪੀਕਰ ਨਾਲ, ਸੁਣਦਾ ਤਾਂ ਤੁਹਾਨੂੰ ਰਹਿਣਾ ਹੀ ਉੱਥੇ ਵੀ। ਇੱਥੇ ਸੰਗਤ ਵਿੱਚ ਨਾ ਖਲਣ ਪਾਓ। ਵੀਰ ਚੱਲੇ ਘਰ ਆਪਣਾ। ਇਹ ਵੀਰ ਜਦੋਂ ਆਪਣੇ ਘਰ ਨੂੰ ਚਲੇ ਜਾਂਦੇ ਹੈ, ਬਹਿਣ ਬਿਰਹ ਜਲ ਜਾ। ਭੈਣ ਜਿਹੜੀ ਹੈ ਵਿਛੋੜੇ 'ਚ ਹੀ ਜਲਦੀ ਰਹਿੰਦੀ ਹੈ। ਇਸ ਪ੍ਰਕਾਰ ਦੀ ਹਾਲਤ ਹੈ ਸਾਧ ਸੰਗਤ ਜੀ। ਬਾਬਲ ਵੀਰਾ ਕਰ ਰਹੀ। ਇਸੇ ਪ੍ਰਕਾਰ ਵੀਰਾ ਇੰਦਰੀਆਂ ਰੂਪੀ ਵੀਰਾਂ ਨੂੰ, ਭਰਾਵਾਂ ਨੂੰ, ਇਹ ਜਿਹੜੀ ਜਿੰਦ ਹੈ, ਵੇ ਮੇਰੇ ਵੀਰੋ, ਵੇ ਮੇਰੀ ਅੱਖੋ, ਮੇਰੇ ਕੰਨੋ, ਇਉਂ ਕਰਦੀ ਰਹਿ ਜਾਂਦੀ ਬਿਰਧ ਅਵਸਥਾ 'ਚ। ਵੀਰ ਭਏ ਬੈਰਾ। ਇਹ ਜਿਹੜੇ ਇੰਦਰੀਏ ਬੈਰੀ ਹੋ ਜਾਂਦੇ ਆਪੋ ਆਪਣੀਆਂ, ਉਸ ਵੇਲੇ ਸ਼ਕਤੀ ਹਟ ਜਾਂਦੀ ਹੈ ਵੇਖਣ ਦੀ, ਸੁਣਨ ਦੀ, ਸੁੰਘਣ ਦੀ, ਚੱਲਣ ਦੀ, ਪਕੜਨ ਦੀ। ਇਹ ਬੈਰੀ ਹੋ ਜਾਂਦੇ ਇੰਦਰੀ ਰੂਪੀ ਵੀਰ ਭਰਾ। ਵੀਰ ਚੱਲੇ ਘਰ ਆਪਣਾ। ਵੀਰ ਜਿਹੜੇ ਇੰਦਰੀ ਆਪਣੇ ਘਰ ਗੋਲਕਾਂ 'ਚ ਚਲੇ ਗਏ, ਬਹਿ ਗਏ, ਸਿਥਲ ਹੋ ਗਏ ਉਸ ਵਕਤ। ਬਹਿਣ ਬਿਰਹ ਜਲ ਜਾ। ਇਹ ਜਿਹੜੀ ਬਹਿਣ ਜਿੰਦ ਹੈ, ਇਹਨਾਂ ਦੀ ਭੈਣ, ਇਹ ਵਿਛੋੜੇ ਜਲਦੀ, ਮੇਰੀਆਂ ਅੱਖਾਂ ਕਿੱਧਰ ਗਈਆਂ। ਮੈਂ 2 ਮੀਲ ਨੂੰ ਆਦਮੀ ਸਿਆਣ ਲੈਂਦਾ ਸੀ, ਅੱਗੇ ਮੈਂ ਝਾਟੀ ਆਵਾਜ਼ ਸੁਣ ਲੈਣੀ, ਹੁਣ ਕਿਉਂ ਨਹੀਂ ਨੇੜੇ ਵੀ ਨਹੀਂ ਸੁਣਦੀ। ਇਸ ਪ੍ਰਕਾਰ ਕਹਿੰਦੀ ਹੈ ਵੀਰ ਜਿਹੜੇ ਮੇਰੇ ਇੰਦਰੇ ਬੈਰੀ ਹੋ ਗਏ, ਹੁਣ ਮੈਨੂੰ ਕੁਛ ਵੀ ਅੱਖੀਆਂ ਨਾ ਦੀਸੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਬਹਿਣ ਵਾਲੀ ਹਾਲਤ ਹੋ ਗਈ। ਇਸ ਪ੍ਰਕਾਰ ਦੀ ਬਿਰਧ ਅਵਸਥਾ 'ਚ ਇਹ ਜਿੰਦ ਦੀ ਕਮਜ਼ੋਰੀ ਦੀ ਹਾਲਤ ਇੰਦਰੀਆਂ ਵੱਲੋਂ ਹੋ ਜਾਂਦੀ। ਇਸੇ ਪ੍ਰਕਾਰ ਵੀਰਾ ਕਰ ਰਹੀ। ਇਹ ਵੀਰ ਕੌਣ ਹੈ? ਬੁੱਧੀ ਜਿਹੜੀ ਹੈ ਇਹ ਭੈਣ ਹੈ, ਤੇ ਪਦਾਰਥ ਇਹਦੇ ਮਿੱਥਿਆ ਕਲਪੇ ਹੋਏ 7 ਮੰਨੀ ਬੈਠੀ ਹੈ। ਇਹਨਾਂ ਪਦਾਰਥਾਂ ਨੂੰ ਕਹਿੰਦੀ ਵੇ ਵੀਰੋ, ਇਸ ਪ੍ਰਕਾਰ ਕਰਦੀ ਰਹਿੰਦੀ ਹੈ ਪਦਾਰਥਾਂ ਨੂੰ। ਵੀਰ ਭਏ ਬੈਰਾ। ਪਦਾਰਥ ਜਿਹੜੇ ਹੈ ਉਹ ਬੈਰੀ ਹੋ ਗਏ ਇਸ ਦੇ, ਇਹਨੂੰ ਤਿਆਗ ਕੇ ਜਿਹੜਾ ਕਹਿੰਦੀ ਬੈਰੀ ਹੋ ਗਏ। ਇਹ ਤ੍ਰਿਪਤ ਨਹੀਂ ਹੁੰਦੀ ਪਦਾਰਥਾਂ ਨੂੰ ਭੋਗ ਕੇ। ਵੀਰ ਚੱਲੇ ਘਰ ਆਪਣਾ। ਵੀਰ ਜਿਹੜੇ ਹਰ ਪੁੰਨੀਆਂ ਪੁਰਖਾਂ ਦੇ ਘਰ ਪਦਾਰਥਾਂ ਨੂੰ ਜਾਣਾ ਸੀ ਨਾ, ਇਹਦੇ ਪੁੰਨ ਜਦੋਂ ਨਾਸ ਹੋ ਗਏ, ਉਹ ਪੁੰਨੀਆਂ ਪੁਰਖਾਂ ਦੇ ਘਰ ਪਦਾਰਥ ਚਲੇ ਗਏ। ਬਹਿਣ ਬਿਰਹ ਜਲ ਜਾ। ਬਹਿਣ ਜਿਹੜੀ ਬੁੱਧੀ ਭੈਣ ਹੈ, ਇਹ ਪਦਾਰਥਾਂ ਦੇ ਵਿਛੋੜੇ ਜਲਦੀ ਰਹਿੰਦੀ ਹੈ ਕਿ ਮੇਰੇ ਪਦਾਰਥ ਇੰਨੇ ਸੀ, ਮੇਰੇ ਕੋਲ ਇੰਨਾ ਸੁੱਖ ਸੀ, ਇੰਨਾ ਆਨੰਦ ਸੀ, ਉਹ ਕਿਉਂ ਚਲਿਆ ਗਿਆ ਕਿਧਰੇ। ਐਂ ਵਿਛੋੜੇ 'ਚ ਜਲਦੀ ਰਹਿੰਦੀ ਬੁੱਧ। ਇਹੀ ਜੀ ਹਾਲਤ ਹੋ ਰਹੀ ਇਸ ਬੁੱਧ ਦੀ। ਇਸੇ ਪ੍ਰਕਾਰ ਵੀਰਾ ਕਰ ਰਹੀ। ਵੀਰ ਸਾਹ ਇਸ ਦੇ ਜਿੰਦ ਦੇ। ਹੇ ਮੇਰੇ ਸਾਹੋ, ਹਰ ਵਕਤ ਮੇਰੇ ਚਿਸਤਰੋਂ ਕਰਦੀ ਰਹੀ ਇਹ ਜਿੰਦ। ਵੀਰ ਭਏ ਬੈਰਾ। ਵੀਰ ਸਾਹ ਜਿਹੜੇ ਬੈਰੀ ਹੋ ਗਏ ਇਸ ਦੇ। ਵੀਰ ਚੱਲੇ ਘਰ ਆਪਣਾ। ਵੀਰ ਜਿਹੜੇ ਸੀ ਆਪਦੇ ਘਰ ਪਰਲੋਕ ਨੂੰ ਚੱਲੇ। ਬਹਿਣ ਬਿਰਹ ਜਲ ਜਾ। ਇਹ ਜਿਹੜੀ ਜਿੰਦ ਹੈ ਉਸ ਵੇਲੇ ਪ੍ਰਾਣਾਂ ਦੇ ਵਿਛੋੜੇ 'ਚ ਜਲ ਜਾਂਦੀ ਹੈ। ਮ੍ਰਿਤੂ ਆਪਣੇ ਆਪ ਦੀ ਅੰਤ ਦਾ ਸਮਾਂ ਸਮਝਦੀ ਹੈ। ਇਸ ਪ੍ਰਕਾਰ ਦੁਖੀ ਹੁੰਦੀ ਹੈ। ਇਸੇ ਪ੍ਰਕਾਰ ਵੀਰਾ ਕਰ ਰਹੀ। ਵੀਰਾ ਕਰ ਰਹੀ। ਇਹ ਜਿਹੜੀ ਜਿੰਦ ਹੈ, ਇਹ ਸਾਧ ਸੰਗਤ ਜੀ ਵੀਰ ਜਿਹੜੇ ਸ਼ੁਭ ਗੁਣ ਹੈ, ਉਹਨਾਂ ਨੂੰ ਕਹਿੰਦੀ ਕਿ ਮੇਰੇ ਕੋਲੇ ਪ੍ਰਾਪਤ ਰਹੋ ਕਰਦੀ ਰਹਿੰਦੀ ਹੈ। ਵੀਰ ਭਏ ਬੈਰਾ। ਪਰ ਸ਼ੁਭ ਗੁਣ ਜਿਹੜੇ ਹਨਗੇ ਉਹ ਸੁਧ ਚਿੱਤ ਬਿਨਾਂ ਨਹੀਂ ਟਿਕਦੇ ਇਹਦੇ 'ਚ। ਇਹ ਬੈਰੀ ਹੋ ਗਏ,
ਅੰਤःਕਰਨ ਤਾਂ ਮਲੀਨ ਹੋ ਗਿਆ, ਵਿਸ਼ੇ ਵਾਸ਼ਨਾ ਨਾਲ ਬੈਰੀ ਹੋ ਗਏ ਹਨ। ਵੀਰ ਚੱਲੇ ਘਰ ਆਪਣੇ, ਉਹ ਪਦਾਰਥ ਜਿਹੜੇ ਸੀ ਸੁਧ ਨਿਸਕਾਮ ਭਾਵ ਨਿਸਕਾਮੀ ਪੁਰਖ ਜਿਹੜੇ ਸੀ ਉਹਨਾਂ ਦੇ ਘਰ ਅੰਤःਕਰਨ ਜਾ ਕੇ ਟਿਕ ਗਏ। ਬਹਿਣ ਬਿਹੈ ਜਲ ਇਹ ਜਾਏ, ਜਿਹੜੀ ਆ ਗੁਣਾਂ ਦੇ ਧਾਰਨ ਵਾਸਤੇ ਭੈਣ ਜਿਹੜੀ ਜਿੰਦ ਹੈ ਉਹਨਾਂ ਦੇ ਵਿਛੋੜੇ ਜਲਦੀ ਕਿ ਮੇਰੇ ਅੰਦਰ ਗੁਣ ਕਿਉਂ ਨਹੀਂ ਵਸਦੇ, ਮੇਰੇ ਅੰਦਰ ਔਗੁਣ ਕਿਉਂ ਹੈ ਸਾਰੇ। ਬਾਵਲ ਕੈ ਘਰ ਬੀਟੜੀ, ਸਾਧ ਸੰਗਤ ਜੀ ਬਾਬਲ ਕੌਣ ਹੈ? ਸੰਸਾਰ, ਸੰਸਾਰ ਰੂਪੀ ਘਰ ਵਿੱਚ ਇਹ ਦੇਹ ਜਿਹੜੀ ਹੈ ਬੇਟੀ ਹੈ। ਬਾਲੀ ਬਾਲੈ ਨੇ, ਇਸ ਦਾ ਬਾਲਕੀ ਦਾ ਇੰਦਰੀਆਂ ਰੂਪੀ ਬਾਲਕਿਆਂ ਵਿੱਚ ਦੇਹ ਦਾ ਪ੍ਰੇਮ ਹੈ। ਅੱਖਾਂ ਕੰਨ ਨਾਸਾਂ ਨੂੰ ਚੰਗਾ ਸਮਝਦੀ ਹੈ। ਜੇ ਲੋੜ ਹੈ ਵਰ ਕਾਮਣੀ, ਇਸੇ ਤਰ੍ਹਾਂ ਬਾਬਲ ਕਹਿ ਕਰ ਬੇਟੜੀ। ਬਾਬਲ ਕੌਣ? ਅਗਿਆਨ। ਉਹਦੇ ਘਰ ਵਿੱਚ ਕੌਣ ਬੇਟੜੀ? ਇਹ ਬੁੱਧੀ ਜਿਹੜੀ ਹੈ। ਬਾਲੀ ਬਾਲੈ ਨੇ, ਇਸ ਬਾਲਕੀ ਦਾ ਬਾਲੇ ਪਦਾਰਥਾਂ 'ਚ ਹੀ ਪ੍ਰੇਮ ਲੱਗਾ ਹੋਇਆ ਹੈ। ਹਰ ਵਕਤ ਪਦਾਰਥਾਂ ਨੂੰ ਚਾਹੁੰਦੀ ਰਹਿੰਦੀ ਹੈ ਜਿਹੜੀ ਬੁੱਧੀ ਹੈ। ਜੇ ਲੋੜ ਹੈ ਵਰ ਕਾਮਣੀ, ਮਹਾਰਾਜ ਕਹਿੰਦੇ ਹਨ ਇਸ ਪ੍ਰਕਾਰ ਬਾਲਕੀ ਜਿੰਦ ਦਾ ਬਾਲੇ ਇੰਦਰੀਆਂ 'ਚ ਹੀ ਪ੍ਰੇਮ ਲੱਗਾ ਹੋਇਆ ਹੈ। ਜੇ ਇੰਦਰੀਆਂ ਦੇ ਵਿਸ਼ਿਆਂ ਦੇ ਸੁਖ ਨੂੰ ਛੱਡ ਕੇ ਜੇ ਲੋੜ ਹੈ ਵਰ ਕਾਮਣੀ, ਇਹ ਕਾਮਣੀ ਚਾਹਵਾਨ ਇਸਤਰੀ ਜੇ ਤੂੰ ਪਤੀ ਆਪਦਾ ਚਾਹੁੰਦੀ ਹੈ ਸਤਿਗੁਰ ਸੇਵ ਹੈ ਤੇ, ਤਾਂ ਸਤਿਗੁਰਾਂ ਨੂੰ ਤੇ ਦੇ ਨਾਲ, ਤੇ ਹੈ ਪ੍ਰੇਮ ਦਾ ਨਾਮ, ਇੱਥੇ ਬੜੀ ਤੇ ਹੈ। ਤੇ ਨਾਲ ਪ੍ਰੇਮ ਨਾਲ ਗੁਰੂ ਸਾਹਿਬ ਦੀ ਸੇਵਾ ਕਰ। ਇਸੇ ਕਰ ਹੈ ਬੁੱਧ ਰੂਪੀ ਕਾਮਣੀ, ਜੇ ਤੂੰ ਵਰਪਤੀ ਪਰਮੇਸ਼ਰ ਨੂੰ ਲੋੜ ਨਹੀਂ ਚਾਹੁੰਦੀ ਹੈ ਤਾਂ ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਸੇਵਾ ਕਰ। ਗੁਰੂ ਸਾਹਿਬ ਵਾਹਿਗੁਰੂ ਨਾਲ ਮਿਲਾ ਦੇਣਗੇ ਤੈਨੂੰ। ਬਿਰਲੋ ਗਿਆਨੀ ਬੂਝਣੋ, ਪਰ ਕੋਈ ਕੋਈ ਬਿਰਲਾ ਗਿਆਨਵਾਨ ਹੈ ਜੋ ਆਪਣੇ ਆਪ ਨੂੰ ਗਿਆਨੀ ਤਾਂ ਸਾਰੇ ਕਹਾਉਂਦੇ ਹੈ। ਸੋ ਬੁੱਝਣ ਵਾਲਾ ਜਿਹੜਾ ਸਰੂਪ ਨੂੰ ਗੁਰਾਂ ਦੁਆਰਾ ਸਮਝਣ ਵਾਲਾ ਕੋਈ ਕੋਈ ਬਿਰਲਾ ਹੈ। ਸਤਿਗੁਰ ਸਾਜ ਮਿਲੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਨਾਮ ਦੁਆਰਾ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ। ਜਿਹੜੇ ਸਤਿਗੁਰਾਂ ਸੱਚਿਆਂ ਦੇ ਨਾਲ ਮਿਲੇ ਹੋਏ ਹੈ, ਐਸੇ ਸਰੂਪ ਦੀ ਬੁੱਝ ਵਾਲੇ ਬਿਰਲੇ ਬਿਰਲੇ ਕੋਈ ਗਿਆਨਵਾਨ ਹਨ। ਠਾਕੁਰ ਹਾਥ ਵਡਾਈਆ, ਇਹ ਸਭ ਵਾਹਿਗੁਰੂ ਦੇ ਹੱਥ ਹੈ ਵਡਿਆਈਆਂ। ਆਪਾ ਭਾਵ ਜਿਨ੍ਹਾਂ ਨੇ ਛੱਡਿਆ ਹੈ ਉਹ ਬ੍ਰਹਮ ਗਿਆਨੀ ਹਨ। ਜੈ ਭਾਵੈ ਤੈ ਦੇ, ਜਿਹੜਾ ਉਸ ਨੂੰ ਪਰਮੇਸ਼ਰ ਨੂੰ ਭਾ ਜਾਊਗਾ, ਜਿਹਦਾ ਸਾਧਨ ਕਮਾਈ ਭਾ ਜਾਏਗੀ, ਗਰੀਬੀ ਨਿਮਰਤਾ ਭਗਤੀ, ਉਹਨੂੰ ਪਰਮੇਸ਼ਰ ਬਖਸ਼ਿਸ਼ ਕਰ ਦੇਵੇਗਾ। ਬਾਣੀ ਬਿਰਲੋ ਵਿਚਾਰ, ਇਹ ਸਾਧ ਸੰਗਤ ਜਿਹੜੀ ਬਾਣੀ ਹੈ ਧੁਰ ਕੀ ਬਾਣੀ ਆਈ, ਤਨ ਸਗਲੀ ਚਿੰਤ ਮਟਾਈ। ਕੋਈ ਬਿਰਲਾ ਹੀ ਹੋਵੇਗਾ ਕਰੋੜਾਂ ਚੋਂ ਕੋਟਨ ਮੈਂ ਨਾਨਕੂ, ਜਿਹੜਾ ਇਸ ਬਾਣੀ ਨੂੰ ਵਿਚਾਰੇਗਾ ਕੀ ਧਾਰੇਗਾ, ਦਿਲ 'ਚ ਕਮਾਈ ਕਰੇਗਾ। ਜਿਵੇਂ ਗੁਰਬਾਣੀ ਕਹਿੰਦੀ ਹੈ ਉਸੇ ਪ੍ਰਕਾਰ ਬ੍ਰਹਮ ਸੰਬੰਧੀ ਬਾਣੀ ਨੂੰ ਵਿਚਾਰੇਗਾ। ਜੇ ਕੋ ਗੁਰਮੁਖ ਹੋ, ਜੇ ਕੋਈ ਭਾਈ ਗੁਰਮੁਖ ਹੋ ਉਹੀ ਵਿਚਾਰੂਗਾ ਨਾ। ਬਾਕੀ ਦੇ ਲੋਕ ਤਾਂ ਪਦਾਰਥਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵਕਤ। ਇਹ ਬਾਣੀ ਮਹਾਂਪੁਰਖ ਕੀ, ਇਹ ਮਹਾਂਪੁਰਖ ਅਕਾਲ ਪੁਰਖ ਦਾ ਨਾਮ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹਨ ਇਹ ਮਹਾਂ ਜੋ ਪੂਰਨ ਪਰਮੇਸ਼ਵਰ ਹੈ ਵਾਹਿਗੁਰੂ, ਉਹਦੀ ਇਹ ਬਾਣੀ ਹੈ। ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਸੋ ਇਹ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਧੁਰ ਕੀ ਬਾਣੀ ਆਈ ਤਨ ਸਤਿਗੁਰ ਕੀ ਬਾਣੀ, ਸਤ ਸਰੂਪ ਹੈ ਗੁਰਬਾਣੀ ਬਣੀਆਂ। ਨਿਜ ਘਰ ਵਾਸਾ ਹੋ, ਇਸ ਬਾਣੀ ਦੀ ਜਿਹੜਾ ਵਿਚਾਰ ਕਰੇਗਾ ਧਾਰਨ ਕਰੇਗਾ ਉਹਦਾ ਸਰੂਪ ਰੂਪੀ ਘਰ 'ਚ ਵਾਸਾ ਹੋ ਜਾਏਗਾ। ਉਹ ਆਵਾਗਾਉਣ ਤੋਂ ਰਹਿਤ ਹੋ ਜਾਏਗਾ, ਮੁਕਤ ਹੋ ਜਾਏਗਾ। ਤਾਂ ਹੀ ਕਿਹਾ ਮਹਾਰਾਜ ਇਹ ਬਾਣੀ ਜੋ ਜੀਓ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀਓ ਜਾਣਤ ਅੰਤਰ ਰਵੇ ਹਰਨਾਮਾ। ਜਿਹੜਾ ਦਿਲੋਂ ਲਾ ਕੇ ਇਸ ਬਾਣੀ ਨੂੰ ਸਮਝ ਲਏਗਾ ਉਹਦੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਬਸ ਜਾਏਗਾ, ਰੱਜ ਜਾਏਗਾ। ਐਸੀ ਅੰਮ੍ਰਿਤ ਰੂਪ ਬਾਣੀ ਹੈ। ਭਨ ਭਨ ਘੜੀ ਹੈ ਇਹ ਬਾਣੀ ਮਹਾਂਪੁਰਖ ਕੀ, ਇਹ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਧੁਰ ਕੀ ਬਾਣੀ, ਨਿਜ ਘਰ ਵਾਸਾ ਹੋ, ਇਸ ਬਾਣੀ ਕਰਕੇ ਨਿਜ ਸਰੂਪ ਰੂਪੀ ਘਰ 'ਚ ਸੱਚਖੰਡ ਵਿੱਚ ਵਾਸਾ ਹੁੰਦਾ ਹੈ ਜੋ ਜੁੜੇਗਾ। ਭਨ ਭਨ ਘੜੀ ਹੈ ਘੜ ਘੜ ਭੱਜੈ। ਇਹ ਸਾਧ ਸੰਗਤ ਜੀ ਪਦਾਰਥਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਸਤਿਯੁਗ ਦੇ ਜੀਆਂ ਦੀ ਜਿਸ ਵਕਤ ਕਲਯੁਗ ਦੀ ਸਮਾਪਤੀ ਹੋਈ, ਸਤਿਯੁਗ ਦੇ ਅੰਤ ਆਦਿ ਵਿੱਚ ਇਹ ਸਾਰੇ ਜਗਤ ਦੀ ਪਾਲਣਾ ਕੀਤੀ। ਜਿਹੜੇ ਭਗਤ ਤੇ ਸੂਖਮ ਤੱਤ, ਸਥੂਲ ਤੱਤ, ਫਿਰ ਜਦੋਂ ਸ੍ਰਿਸ਼ਟੀ ਦੀ ਜਦੋਂ ਜੀਆਂ ਦੇ ਕਰਮ ਫਲ ਦੇਣ ਵਾਸਤੇ ਅਭਿਮੁਖ ਹੋਏ, ਸਨਮੁਖ ਹੋਏ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਫੇਰ ਘੜੀ ਹੈ।
ਇਹ ਘੜਨਾ ਕੀਤਾ ਸ੍ਰਿਸ਼ਟੀ ਨੂੰ ਇੱਕ ਤੋਂ ਬਹੁਤੇ ਹੋਵਾਂ। ਕੜ ਕੜ ਭੱਜੈ ਅਤੇ ਫੇਰ ਜਦੋਂ ਜੀਆਂ ਦੇ ਕਰਮ ਜਿਹੜੇ ਸੀ ਫਲ ਦੇਣ ਨੂੰ ਬੇਅਭਿਮੁਖ ਹੋਏ, ਉਹ ਫਲ ਦੇਣ ਤੋਂ ਰਹਿ ਗਏ। ਉਸ ਵੇਲੇ ਫਿਰ ਜਦੋਂ ਪੱਕ ਜਾਂਦੀ ਖੇਤੀ, ਕਿਸਾਨ ਕੱਟ ਕੇ ਘਰ 'ਚ ਬੋਲ ਪਾ ਲੈਂਦਾ। ਇਸ ਪ੍ਰਕਾਰ ਉਹ ਘੜੀ ਹੋਈ ਨੂੰ ਸ੍ਰਿਸ਼ਟੀ ਜਿਹੜੀ ਸੂਖਮ ਤੱਤਾਂ ਵਾਲੀ, ਸਥੂਲ ਤੱਤਾਂ ਵਾਲੀ ਨੂੰ, ਉਸ ਨੂੰ ਭੰਨ ਦਿੰਦਾ, ਪਰਲੋਂ ਕਰ ਲੈਂਦਾ ਹੈ। ਢਾਹੇ ਉਸਾਰੈ ਉਸਰੀ ਢਾਹੈ ਅਤੇ ਢਾਹੇ ਹੋਏ ਤੱਤਾਂ ਨੂੰ ਫੇਰ ਉਸਾਰ ਲੈਂਦਾ ਹੈ। ਜਦੋਂ ਪਰਲੋਂ ਕਰਦਾ ਫੇਰ ਉਹ ਢਾ ਦਿੰਦਾ। ਤਿੰਨਾਂ ਕਾਲਾਂ 'ਚ ਇਸੇ ਪ੍ਰਕਾਰ ਕਰਦਾ ਹੈ। ਸਰ ਭਰ ਸੁਖ ਭੀ ਭਰ ਭੁਖ ਇਸੇ ਪ੍ਰਕਾਰ ਭੰਨ ਭੰਨ ਘੜੀ ਹੈ। ਜਿਹੜੇ ਕਲਯੁਗ ਦੇ ਵਿੱਚ ਭੰਨੇ ਹੋਏ ਸੀ ਉਹਨਾਂ ਨੂੰ ਸਤਯੁਗ ਦੇ ਵਿੱਚ ਘੜਨਾ ਕੀਤਾ ਹੈ। ਜਿਹੜੇ ਸਤਯੁਗ 'ਚ ਘੜੇ ਹੋਏ ਸੀ ਉਹਨਾਂ ਨੂੰ ਫੇਰ ਤ੍ਰੇਤੇ ਵਿੱਚ ਭੰਨ ਦਿੱਤਾ ਹੈ। ਤ੍ਰੇਤੇ ਵਿੱਚ ਜਿਹੜੇ ਭੱਜੇ ਸੀ ਉਹਨਾਂ ਨੂੰ ਦੁਆਪਰ 'ਚ ਘੜ ਦਿੱਤਾ ਹੈ। ਜਿਹੜੇ ਦੁਆਪਰ 'ਚ ਭੱਜੇ ਹੋਏ ਸੀ ਉਹ ਕਲਯੁਗ 'ਚ ਢਾਹਤੇ ਹੈ। ਜਿਹੜੇ ਕਲਯੁਗ ਢਾਹੇ ਸੀ ਉਹ ਸਤਯੁਗ 'ਚ ਫੇਰ ਉਸਾਰਤੇ ਹੈ। ਜਿਹੜੇ ਸਤਯੁਗ ਉਸਾਰੇ ਸੀ ਫੇਰ ਉਹ ਤ੍ਰੇਤੇ 'ਚ ਢਾਹ ਦਿੱਤੇ ਹੈ। ਇਸ ਪ੍ਰਕਾਰ ਮਹਾਰਾਜ ਦੇ ਕੌਂਤ ਕਹਾਣਗੇ। ਇਸੇ ਪ੍ਰਕਾਰ ਭੰਨ ਭੰਨ ਘੜੀਐ ਕੜ ਕੜ ਭੱਜੈ ਅੰਡਜ ਖਾਣੀ ਦੇ ਜੀਆਂ ਨੂੰ ਭੰਨ ਭੰਨ ਕੇ ਫਿਰ ਉਦਪੁਜ ਖਾਣੀ ਵਿੱਚ ਕੱਢ ਦਿੰਦਾ ਹੈ। ਉਦਪੁਜ ਖਾਣੀ ਦੀਆਂ ਨੂੰ ਅੰਡਜ ਖਾਣੀ 'ਚ ਕੱਢ ਦਿੰਦਾ ਹੈ। ਅੰਡਜ ਖਾਣੀ ਦੇ ਜਿਹੜੇ ਘੜੇ ਹੋਏ ਹੈ ਉਹਨਾਂ ਨੂੰ ਸਾਧ ਸੰਗਤ ਜੀ ਫਿਰ ਸੇਤਜ ਖਾਣੀ 'ਚ ਭੰਨ ਦਿੰਦਾ ਹੈ। ਫਿਰ ਸੇਤਜ ਖਾਣੀ ਦੇ ਭੱਜਾਂ ਹੋਇਆਂ ਨੂੰ ਫਿਰ ਸਾਧ ਸੰਗਤ ਜੀ ਦਿਵਯੋਪਾਦ ਖਾਣੀ ਵਿੱਚ ਘੜ ਦਿੰਦਾ ਹੈ। ਇਸ ਪ੍ਰਕਾਰ ਕੜ ਕੜ ਭੱਜੈ ਇਸ ਪ੍ਰਕਾਰ ਘੜਿਆਂ ਨੂੰ ਫੇਰ ਭੰਨ ਦਿੰਦਾ ਹੈ। ਢਾਹੇ ਉਸਾਰੈ ਉਸਰੀ ਢਾਹੈ ਇਸੇ ਪ੍ਰਕਾਰ ਜਿਹੜੇ ਢਾਹੇ ਆ ਉਹਨਾਂ ਨੂੰ ਫੇਰ ਉਸਾਰ ਦਿੰਦਾ ਹੈ, ਉਸੇ ਨੂੰ ਫੇਰ ਢਾਹ ਦਿੰਦਾ ਹੈ। ਇਹ ਕਰਤੇ ਦੀ ਖੇਲ ਹੈ, ਜਿਵੇਂ ਚਾਹੁੰਦਾ ਉਹ ਕਰਦਾ ਹੈ। ਸਰ ਭਰ ਸੁਖ ਭੰਨ ਭੰਨ ਘੜੀਐ ਕੜ ਕੜ ਭੱਜੈ ਜਿਹੜੇ ਸਾਧ ਸੰਗਤ ਜੀ ਭੰਨਣ ਵਾਲੇ ਹਨ ਸੁਭ ਗੁਣਾਂ ਨੂੰ, ਉਹਨਾਂ ਨੂੰ ਜਿਗਿਆਸੂਆਂ ਦੇ ਹਿਰਦੇ 'ਚ ਪਰਮੇਸ਼ਰ ਭੰਨ ਦਿੰਦਾ ਹੈ। ਅਤੇ ਜਿਹੜੇ ਘੜੇ ਹੋਏ ਹਨ ਆਸਰੀ ਸੰਪਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਨੂੰ ਫੇਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੇਹਾਂ 'ਚ ਪਾ ਕੇ ਫੇਰ ਘਾੜ ਤੋਂ ਉਹਨਾਂ ਦੀ ਘੜੀ ਜਾਂਦੀ ਹੈ। ਫੇਰ ਜਿਨ੍ਹਾਂ ਦੇ ਸਾਧ ਸੰਗਤ ਜੀ ਘੜੇ ਹੋਏ ਹਨ ਸੁਭ ਗੁਣ, ਉਹਨਾਂ ਦੇ ਅਗਿਆਨ ਆਦਿਕ ਭੱਜ ਜਾਂਦੇ ਹਨ। ਇਸ ਪ੍ਰਕਾਰ ਅਗਿਆਨ ਆਦਿਕਾਂ ਦੀ ਨਿਵਰਤੀ ਕਰਕੇ ਢਾਹੇ ਉਸਾਰੈ ਉਸਰੀ ਢਾਹੈ ਜਿਹੜੇ ਢਾਹੇ ਹੋਏ ਹਨ ਸੁਭ ਗੁਣ, ਉਹਨਾਂ ਨੂੰ ਉਹਨਾਂ ਦੇ ਹਿਰਦੇ 'ਚ ਦੈਵੀ ਸੰਪਦਾ ਨੂੰ ਉਸਾਰ ਦਿੰਦਾ ਹੈ। ਉਸਰੇ ਹੋਏ ਜਿਹੜੇ ਅਗਿਆਨ ਆਦਿਕ ਹੈ ਉਹਨਾਂ ਨੂੰ ਢਾਹ ਦਿੰਦਾ, ਨਿਵਰਤ ਕਰ ਦਿੰਦਾ ਹੈ। ਸਰ ਭਰ ਸੁਖ ਭੀ ਭਰ ਭੁਖ ਜਿਹੜੇ ਸਾਧ ਸੰਗਤ ਜੀ ਸਰੋਵਰ ਹੰਕਾਰ ਆਦਿਕ ਗੁਣਾਂ ਦੇ ਨਾਲ ਹਿਰਦੇ ਭਰੇ ਹੋਏ ਹੈ, ਉਹਨਾਂ ਨੂੰ ਸੱਚੇ ਪਾਤਸ਼ਾਹ ਸੁਕਾ ਦਿੰਦਾ, ਹੰਕਾਰੀਆਂ ਨੂੰ ਘਟਾ ਦਿੰਦਾ, ਹੰਕਾਰ ਨਿਵਰਤ ਕਰ ਦਿੰਦਾ, ਮਾਰ ਦਿੰਦਾ ਹੈ, ਉਹਨਾਂ ਦੇ ਪ੍ਰਾਣਾਂ ਨੂੰ ਸੋਖ ਲੈਂਦਾ ਹੈ। ਭੀ ਭਰ ਭੁਖ ਭੀ ਬਹੁਤ ਸਾਧ ਸੰਗਤ ਜੀ ਜਿਹੜੇ ਨਿਮਰਤਾ ਵਾਲੇ ਪੁਰਖ ਹੈ ਉਹਨਾਂ ਨੂੰ ਸ਼ੁਭ ਗੁਣਾਂ ਨਾਲ ਭਰ ਕੇ ਭੁੱਖ ਹੈ, ਪਾਲਣਾ ਕਰਦਾ ਹੈ, ਪੁਸ਼ਟੀ ਕਰਦਾ ਹੈ। ਸਮਰੱਥ ਬੇਪਰਵਾਹ ਇਹੋ ਜਿਹਾ ਉਹ ਸਮਰੱਥ ਹੈ, ਬੇਪਰਵਾਹ, ਬੇਖਾਸ਼ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ। ਭਰਮ ਭੁਲਾਨੇ ਪਏ ਦੀਵਾਨੇ ਜਿਹੜੇ ਉਸ ਪਰਮੇਸ਼ਰ ਦੀ ਸਮਰੱਥਾ ਨੂੰ ਵਿਸਾਰ ਬੈਠੇ ਹੈ ਉਹ ਤਾਂ ਭਰਮ ਨੂੰ ਭੁਲਾ ਦਿੱਤੇ ਹੈ ਤੇ ਭਏ ਦੀਵਾਨੇ ਵਾਹਿਗੁਰੂ ਦੇ ਸਰੂਪ ਪਛਾਣਨ ਵੱਲੋਂ ਕਮਲੇ ਹੋਏ ਹਨ ਆਸਰੀ ਸੰਪਦਾ ਦੀ ਸੰਗਤ ਕਰਕੇ। ਬਿਨ ਭਾਗਾ ਕਿਆ ਪਾਈਐ ਬਿਨਾਂ ਨਿਸਕਾਮ ਕਰਮਾਂ ਨੂੰ ਵੀ ਭਾਗਾਂ ਤੋਂ ਕਿਸ ਪ੍ਰਕਾਰ ਉਹ ਪਰਮਾਰਥ ਦੇ ਲਾਭ ਨੂੰ ਕੀ ਪਾ ਸਕਦੇ, ਗੁਰਾਂ ਦੀ ਸੰਗਤ ਤੋਂ ਬਿਨਾਂ ਲਾਭ ਨਹੀਂ ਪਾ ਸਕਦੇ। ਗੁਰਮੁਖ ਗਿਆਨ ਡੂਰੀ ਪ੍ਰਭ ਪਕੜੀ ਗੁਰਮੁਖਾਂ ਦੇ ਅੰਦਰ ਤਾਂ ਗਿਆਨ ਹੈ ਪ੍ਰਭੂ ਸਤਿਗੁਰੂ ਸਮਰੱਥ ਦਾ। ਉਹਨਾਂ ਨੇ ਡੋਰੀ ਓਟ ਟੇਕ ਜਿਹੜੀ ਬਿਰਤੀ ਬ੍ਰਹਮਾਕਾਰ ਕਰਨ ਰੂਪ ਪ੍ਰੀਤ ਰੂਪੀ ਡੋਰੀ ਪ੍ਰਭੂ ਦੀ ਓਟ ਪਕੜੀ ਹੈ, ਸ਼ਰਨ ਰੂਪੀ ਡੋਰੀ ਪਕੜੀ ਹੋਈ ਹੈ ਉਹਨਾਂ ਦੀ। ਜਿਨ ਖਿੰਚੈ ਤਿਨ ਜਾਈਐ ਉਹ ਜਾਣਦੇ ਆ ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਾਂ ਖਿੰਚੇ ਤਾਂ ਜਾਓ। ਜਿਸ ਪਾਸੇ ਪਰਾਰਬਧ ਅਨੁਸਾਰ ਪਰਮੇਸ਼ਰ ਖਿੱਚਦਾ ਹੈ ਉਸ ਪਾਸੇ ਉਹ ਜਾਂਦੇ ਹੈ। ਆਪਣੀ ਹੰਗਤਾ ਮਮਤਾ ਉਹਨਾਂ ਦੀ ਕੋਈ ਨਹੀਂ ਹੈ। ਜਿਨ ਖਿੰਚੇ ਜਿਨ੍ਹਾਂ ਨੂੰ ਭਗਤੀ ਵੱਲ ਖਿੱਚਿਆ ਹੈ ਤਿਨਾਂ ਦਾ ਵਾਹਿਗੁਰੂ ਸਰੂਪ ਵੱਲ ਜਾਣਾ ਹੋਇਆ ਹੈ। ਹਰ ਗੁਣ ਗਾਏ ਸਦਾ ਰੰਗ ਰਾਤੇ ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਐ ਸਦਾ ਪ੍ਰੇਮ ਰੰਗ ਚੋਂ ਰੱਤੇ ਹੀ ਰਹਿੰਦੇ ਹਨ। ਬੌੜ ਨਾ ਪਛੂਤਾਈ ਫਿਰ ਉਹਨਾਂ ਨੂੰ ਸਾਧ ਸੰਗਤ ਜੀ ਪਛਤਾਪ ਨਹੀਂ ਕਰਨਾ ਪੈਂਦਾ ਜੂਨਾਂ ਵਿੱਚ ਜਾਣ ਦਾ।
ਪਛਤਾਤਾਪ ਸਾਰਾ ਉਹਨਾਂ ਦਾ ਮਿਟ ਗਿਆ ਹੈ। ਭੱਬੈ ਭਲ ਹੈ ਗੁਰਮੁਖ ਬੂਝੈ। ਭੱਬੇ ਅੱਖਰ ਦੁਆਰਾ ਕਹਿੰਦੇ ਆ ਜਿਹੜੇ ਭਾਲਦੇ ਐ ਭੈ ਦੇ ਸੰਯੁਕਤ ਹੋ ਕੇ ਤੇ ਪ੍ਰੇਮ ਦੇ ਸੰਯੁਕਤ ਹੋ ਕੇ, ਉਹ ਗੁਰਾਂ ਦੁਆਰਾ ਬੂਝੈ ਸਮਝ ਲੈਂਦੇ ਹੈ। ਤਾਂ ਨਿਜ ਘਰ ਵਾਸਾ ਇਸ ਪ੍ਰਕਾਰ ਨਹੀਂ ਆਪਣਾ ਜੋ ਤੁਰਿਆ ਪਦ ਰੂਪੀ ਘਰ ਹੈ ਉਹਦੇ 'ਚ ਵਾਸਾ ਪਾਈਏ, ਟਿਕਾ ਪਾਉਂਦੇ ਹਨ। ਭੱਬੈ ਭਉ ਜਲ ਮਾਰਗ ਵਿਖੜਾ। ਜਿਹੜੇ ਸਾਧ ਸੰਗਤ ਜੀ ਭੁੱਲੇ ਹੋਏ ਐ ਭੈ ਦੇ ਵਿੱਚ, ਉਹਨਾਂ ਨੂੰ ਸੰਸਾਰ ਮਾਰਗ ਭੱਬੇ ਦੁਆਰਾ ਕਹਿੰਦੇ ਆ, ਬਹੁਤ ਰਸਤਾ ਕਠਿਨ ਹੈ। ਆਸ ਨਿਰਾਸ਼ਾ ਤਰੀਐ। ਜਿਹੜਾ ਦੁਨੀਆ ਦੀ ਆਸਾ ਤੋਂ ਨਿਰਾਸ਼ਾ ਹੋਵੇਗਾ ਉਹ ਪੁਰਖ ਤਰ ਸਕੇਗਾ। ਗੁਰ ਪ੍ਰਸਾਦੀ ਆਪੂ ਚੀਨੈ। ਸਤਿਗੁਰਾਂ ਦੀ ਕਿਰਪਾ ਕਰਕੇ ਆਪਣੇ ਆਤਮਾ ਨੂੰ ਜਾਣਨਾ ਕਰੇ। ਜੀਵਤਿਆ ਇਵ ਮਰੀਐ। ਇਸ ਪ੍ਰਕਾਰ ਜੀਵਤ ਭਾਵ ਤੋਂ ਭਾਈ ਮਰਿਆ ਜਾਂਦਾ, ਫੇਰ ਮੁਕਤ ਹੁੰਦੀ ਹੈ। ਮਾਇਆ ਮਾਇਆ ਕਰਮੁਈ। ਹੇ ਮੇਰੀ ਮਾਂ, ਹੇ ਮੇਰੀ ਮਾਇਆ, ਇਉਂ ਹੇ ਮੇਰੀ ਲక్ష్ਮੀ, ਐਂ ਕਰਦੇ ਕਰਦੇ ਮਾਇਆ ਜਿਹੜੀ ਛਲ ਰੂਪ ਹੈ, ਇਹ ਮੇਰੀ ਕਿੱਧਰ ਗਈ ਮਾਇਆ, ਮੇਰੀ ਹੈ ਮਾਇਆ, ਇਉਂ ਕਰਦੇ ਕਰਦੇ ਮਰ ਗਏ ਅੰਤ ਨੂੰ। ਮਾਇਆ ਜੋ ਛਲ ਰੂਪ ਹੈ, ਉਸ ਮਾਇਆ ਨੂੰ ਸੰਗ੍ਰਹਿ ਇਕੱਠੀ ਕਰਦੇ ਕਰਦੇ ਮਰ ਗਏ। ਮਾਇਆ ਕਿਸੇ ਨਾ ਸਾਥ। ਇਹ ਜਿਹੜੀ ਮਾਇਆ ਹੈ ਕਿਸੇ ਦੇ ਸਾਥ ਨਹੀਂ, ਛਲ ਰੂਪ ਜੜ ਚੇਤਨ ਕਿਸੇ ਦੇ ਸੰਗ ਨਹੀਂ ਗਈ ਹੈ। ਹੰਸ ਚੱਲੇ ਉਠ ਡੁੰਮਣੋ। ਹੰਸ ਡੁੰਮਣੋ, ਜੀਵ ਆਤਮਾ ਡੁੰਮਣੋਂ ਦੁਖੀ ਹੋ ਕੇ ਅੰਤ ਨੂੰ ਦੁਮਨਾ ਹੋ ਕੇ ਦੁਚਿੱਤਾ ਹੋ ਕੇ ਚਲਿਆ ਜਾਂਦਾ ਹੈ। ਮਾਇਆ ਭੂਲੀ ਆਸ। ਇਹ ਜਿਹੜੀ ਮਾਇਆ ਆਸ ਰਸਤੇ 'ਚ ਹੀ ਭੁੱਲ ਜਾਂਦਾ। ਜਮ ਮਾਰਗ ਜਦੋਂ ਚੇਤਾ ਨਹੀਂ ਰਹਿੰਦਾ, ਜਦੋਂ ਪੈਂਦੀਆਂ ਹਨ ਸਭ ਕੁਝ ਭੁੱਲ ਜਾਂਦਾ ਹੈ, ਰਸਤੇ 'ਚ ਹੀ ਭੁੱਲ ਜਾਂਦਾ ਹੈ। ਮਾਇਆ ਜਿਸ ਵਾਸਤੇ ਭੁੱਲੀ ਆਤ ਹੈ ਸ੍ਰਿਸ਼ਟੀ, ਜਿਸ ਮਾਇਆ ਵਾਸਤੇ ਭੁੱਲੀ ਹੋਈ ਸ੍ਰਿਸ਼ਟੀ ਹੈ। ਮਾਇਆ ਭੁੱਲੀ ਆਥ, ਮਾਇਆ ਵਿੱਚ ਭੁੱਲ ਗਈ ਆਥ ਪਰਮਾਰਥ ਦਾ ਜਿਹੜਾ ਆਸ ਰਸਤਾ ਸੀ ਭਗਤੀ ਦਾ। ਮਾਇਆ ਵਿੱਚ ਹੀ ਭਗਤੀ ਭੁੱਲ ਗਈ ਹੈ, ਭਗਤੀ ਕਰਨੀ ਛੱਡ ਦਿੱਤੀ। ਮਨ ਝੂਠਾ। ਮਾਇਆ ਭੁੱਲੀ ਆਥ ਅਰਥ ਜਿਸ ਵਾਸਤੇ ਸਰੂਪ ਦਾ ਆਨੰਦ ਪਾਉਣਾ ਸੀ ਉਹ ਭਗਤੀ ਭੁੱਲ ਗਈ, ਇਸੇ ਕਰਕੇ ਇਹ ਮਾਇਆ 'ਚ ਹੀ ਫਸਿਆ ਰਹਿੰਦਾ ਹੈ। ਮਨ ਝੂਠਾ। ਮਾਇਆ ਭੁੱਲੀ ਆਥ, ਆਸ ਅਸਤ ਹੋ ਗਿਆ, ਮਰ ਗਿਆ, ਭੁੱਲ ਗਈ ਜਦੋਂ ਮਾਇਆ। ਮਨ ਝੂਠਾ ਜਮ ਜੂਹਿਆ। ਇਹ ਮਨ ਦਾ ਸਾਧ ਸੰਗਤ ਜੀ ਝੂਠੇ ਪਦਾਰਥਾਂ 'ਚ ਲਾ ਕੇ ਝੂਠਾ ਹੋਇਆ ਹੈ, ਇਸ ਕਰਕੇ ਜਮਾਂ ਨੇ ਇਸ ਨੂੰ ਜੋਹਿਆ ਤਾੜਿਆ ਹੈ। ਅਵਗੁਣ ਚੱਲਹਿ ਨਾਲ। ਜਿਹੜੇ ਅਵਗੁਣ ਇਹ ਕਰਦਾ ਰਹਿੰਦਾ ਜੀਵ, ਇਹਦੇ ਨਾਲ ਜਾਂਦੇ ਆ ਪਰਲੋਕ ਵਿੱਚ। ਕੂੜ ਵਜਾਵੇ ਤੂਰ ਝੂਠੇ ਆਦਿਕ, ਤੂਰ ਬਾਜੇ ਜਿਹੜਾ ਵਜਾਉਂਦਾ ਸੀ ਉਸ ਵੇਲੇ ਬੁਲੰਦ ਆਵਾਜ਼ ਨਾਲ ਇਹਨੂੰ ਕਹਿੰਦੇ ਕਿ ਫਲਾਣੇ ਥਾਂ ਮੈਨੂੰ ਇਹ ਝੂਠ ਬੋਲਿਆ, ਫਲਾਣੇ ਥਾਂ ਪਾਪ ਕੀਤਾ। ਇਉਂ ਇਹ ਅਵਗੁਣ ਤਾਂ ਨਾਲ ਜਾਂਦੇ ਹੋ ਗਾਹੀ ਦੇਣ ਵਾਸਤੇ ਦੇ ਗੁਣ ਕੋਈ ਇਹਨੇ ਕਤਰੀ ਨਹੀਂ ਕੀਤਾ ਹੈ। ਮਨ ਮਹਿ ਮਨ ਉਲਟੂ ਮਰੈ। ਜੇ ਮਨ ਗੁਰੂ ਸਾਹਿਬ ਦੇ ਸ਼ਬਦ ਦੇ ਮੰਨਣ ਵਿੱਚ, ਮਨ ਜਿਹੜਾ ਹੈ ਅਸੁੱਧ ਮਨ, ਸੁੱਧ ਮਨ ਦੇ ਵਿੱਚ ਲੱਗ ਕੇ ਗੁਰਾਂ ਦੇ ਮੰਤਰ ਵਿੱਚ ਸ਼ਿਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੇਹ ਅਧਿਆਸ ਵੱਲੋਂ ਉਲਟ ਕੇ ਜੀਵਤ ਭਾਵ ਤੋਂ ਮਰ ਜਾਵੇ। ਜੇ ਗੁਣ ਹੋਵੈ ਨਾਲ। ਮਰੇ ਤਾਂ ਇਹ ਮਨ ਤਾਂ ਭਾਈ ਆਸਰੀ ਸੰਪਦਾ ਵੱਲੋਂ, ਜੇ ਇਹਦੇ ਅੰਦਰ ਗੁਣ ਗਿਆਨ ਸਰਦਾ ਆਦਿਕ ਨਾਲ ਹੋਣ ਇਹਦੇ ਹਿਰਦੇ ਦੇ। ਮੇਰੀ ਮੇਰੀ ਕਰਮ ਹੋਏ। ਇਸ ਪ੍ਰਕਾਰ ਮੇਰੀ ਜਰ ਹੈ, ਮੇਰੀ ਜੋਰੂ ਹੈ, ਇਉਂ ਕਰਦੇ ਹੋਏ ਮਰ ਗਏ। ਬਿਨ ਨਾਵੈ ਦੁਖ ਭਾਲ। ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਦੁੱਖ ਹੀ ਭਾਲਿਆ ਹੈ ਨਾ, ਹੋਰ ਤਾਂ ਨਹੀਂ। ਦੁੱਖ ਭੱਲੇ ਵੱਜਣ ਦੀ ਨਿਆਈ ਵੱਜਦਾ ਹੈ, ਪ੍ਰਾਪਤ ਹੁੰਦਾ ਹੈ। ਉਹਨਾਂ ਦੁੱਖ ਦੀ ਖੋਜ ਕੀਤੀ ਹੈ, ਨਾਮ ਤੋਂ ਬਿਨਾਂ ਸੁਖ ਤਾਂ ਨਹੀਂ ਕਿਤੇ ਪ੍ਰਾਪਤ ਹੋਇਆ ਹੈ। ਭਾਲ ਕੇ ਵੇਖ ਲਓ, ਖੋਜ ਕੇ ਵੇਦ ਸ਼ਾਸਤਰਾਂ ਨੂੰ। ਗੜ ਮੰਦਰ ਮਹਿਲਾ ਕਹਾ। ਇਹ ਜਿਹੜੇ ਪੱਕੇ ਕਿਲੇ ਬਣਾਏ ਹੋਏ ਐ, ਮੰਦਰ ਬਣਾਏ ਹੋਏ ਐ, ਮਲੈਤਾਂ ਹਵੇਲੀਆਂ ਸੀਸ ਮਹਿਲ ਬਣਾਏ, ਕਿੱਥੇ ਰਹਿਣੇ ਐ। ਗੜ ਆਕੀਸਤਾਨ ਜਿਹੜੇ ਮੰਦਰ ਬਣਾਏ ਹੋਏ ਐ ਅਤੇ ਮਹਿਲਾ ਇਸਤਰੀਆਂ ਆਦਿ ਕੋ ਕਿੱਥੇ ਰਹਿਣੀਆਂ ਹਨ। ਜਿਉਂ ਬਾਜੀ ਦੀ ਬਾਣ। ਜਿਸ ਪ੍ਰਕਾਰ ਬਾਜੀਗਰ ਦੀ ਦੀਵਾਨ ਸਭਾ ਹੁੰਦੀ ਹੈ, ਕਚਹਿਰੀ ਹੁੰਦੀ ਹੈ, ਬਾਜੀਗਰ ਦੀ ਜਿਸ ਪ੍ਰਕਾਰ ਸਭਾ ਹੁੰਦੀ ਹੈ, ਮੇਲਾ ਲੱਗਾ ਹੁੰਦਾ, ਇਸ ਪ੍ਰਕਾਰ ਦੇ ਬਾਜੀਗਰ ਦੇ ਇਹ ਦੀਵਾਨ ਸਭਾ ਦੀ ਨਿਆਈ ਹੈ। ਜਿਉਂ ਬਾਜੀ ਦੀ ਬਾਣ, ਜਿਵੇਂ ਬਾਜੀ ਦੀ ਬਣਾਵਟ ਹੁੰਦੀ ਹੈ, ਬਾਜੀਗਰ ਦੀ ਬਣਾਵਟ ਹੁੰਦੀ ਹੈ, ਜਿਵੇਂ ਮਾਇਆ ਪਾਈ ਹੁੰਦੀ ਹੈ, ਇਸ ਪ੍ਰਕਾਰ ਇਹ ਬਣਾਵਟ ਹੈ ਮਾਇਆ ਰੂਪੀ ਬਾਜੀਗਰ ਦੀ।
ਬਾਜੀ ਪਾਈ ਹੋਈ ਹੈ। ਨਾਨਕ ਸੱਚੇ ਨਾਮ ਬਿਨ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਝੂਠਾ ਆਵਣ ਜਾਣ। ਇਹ ਝੂਠਾ ਜੀਵ ਆਉਣ ਜਾਣ 'ਚ ਹੀ ਪਿਆ ਰਹਿੰਦਾ, ਜੰਮਣ ਮਰਨ 'ਚ ਹੀ ਪਿਆ ਰਹਿੰਦਾ, ਮੁਕਤ ਨਹੀਂ ਇਸ ਦੀ ਹੋ ਸਕਦੀ ਹੈ। ਆਪੇ ਚਤੁਰ ਸਰੂਪ ਹੈ। ਆਪ ਹੀ ਮਹਾਰਾਜ ਚਤੁਰ ਅੰਤਰਜਾਮੀ ਹੈ, ਘਟ ਘਟ ਕੇ ਅੰਦਰ ਕੀ ਜਾਣਨ ਵਾਲਾ, ਆਪ ਹੀ ਸਤ ਸਰੂਪ ਬ੍ਰਹਮ ਹੈ। ਆਪੇ ਜਾਣ ਸੁਜਾਨ। ਆਪ ਹੀ ਭਾਈ ਜਾਣੀ ਜਾਣ ਸਤਿਗੁਰੂ ਰੂਪ ਹੈ। ਸੋ ਉਹਨਾਂ ਨੂੰ ਸੁਜਾਨ ਅੰਤਰਜਾਮੀ ਜਿਨ੍ਹਾਂ ਜਿਗਿਆਸੀਆਂ ਨੇ ਗੁਰੂ ਸਾਹਿਬ ਨੂੰ ਜਾਣਿਆ ਹੈ, ਉਹਨਾਂ ਨੂੰ ਪਤਾ ਲੱਗਾ ਕਿ ਆਪ ਹੀ ਚਤੁਰ ਹੈ, ਮੁਖ ਵਾਲੇ ਬ੍ਰਹਮਾ ਨੂੰ ਘੜਨ ਵਾਲਾ ਹੈ, ਆਪ ਹੀ ਚਾਰ ਖਾਣੀਆਂ ਦੇ ਸਰੂਪਾਂ ਨੂੰ ਘੜਨ ਵਾਲਾ ਹੈ, ਆਪ ਹੀ ਸਤ ਸਰੂਪ ਹੈ, ਆਪੇ ਜਾਣ ਗਿਆਨਵਾਨ ਤਤਵੇਤਾ ਹੈ, ਆਪ ਹੀ ਸੁਜਾਨ ਅੰਤਰਜਾਮੀ ਈਸ਼ਰ ਰੂਪ ਗੁਰੂ ਸਾਹਿਬ ਹੈ। ਇਹ ਜਾਣ ਕਰਕੇ ਆਪੇ ਚਤੁਰ ਸਰੂਪ ਹੈ। ਆਪ ਹੀ ਚਤੁਰ ਚਹੋਂ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ ਸਾਧਨਾ ਦੇ ਸੰਯੁਕਤ ਹੋ ਕੇ ਸਰੂਪ ਦਾ ਸਰਵਣ ਕਰਨ ਵਾਲਾ ਹੈ। ਆਪ ਹੀ ਜਾਣ ਮੰਨਣ ਕਰਨ ਵਾਲਾ ਹੈ। ਆਪ ਹੀ ਸੁਜਾਸਨ ਸੁਜਾਨ ਨਿਧਿਆਸਨ ਕਰਕੇ ਤਤਵ ਦਾ ਸੋਧਨ ਕਰਕੇ ਆਪ ਦੇ ਸਰੂਪ ਦੀ ਸਿਖਿਆਤਾ ਨੂੰ ਜਾਣਨ ਵਾਲਾ ਹੈ। ਇਉਂ ਜਾਣਨ ਵਾਲਾ ਕੋਈ ਕੋਈ ਬਿਰਲਾ ਹੈ, ਉਹ ਮੁਕਤ ਹੋ ਜਾਂਦਾ ਹੈ ਪੁਰਖ। ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।